ਖਬਰਾਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਜਿੰਦਰ ਸਿੰਘ ਪੰਗੂ ਸਵਾਗਤ ਕਰਦਾ। ਦਰਸ਼ਕੋ, ਜੋ ਪੰਜਾਬ ਦੇ ਸਿਆਸੀ ਹਾਲਾਤ ਬਣੇ ਹੋਏ ਨੇ, ਜਿਵੇਂ ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਤੇ ਬੀਐਸਪੀ ਦਾ ਆਪਸ ਦੇ ਵਿੱਚ ਗੱਠਜੋੜ ਹੋ ਗਿਆ। ਉਹਨਾਂ ਕਿਹਾ ਕਿ ਅਸੀਂ ਪੰਜਾਬ ਦੀਆਂ ਵਿਧਾਨ ਸਭਾਵਾਂ ਚੋਣਾਂ ਤੋਂ ਇਲਾਵਾ ਜੋ ਹੋਰ ਆਮ ਚੋਣਾਂ ਵੀ ਹੋਣਗੀਆਂ ਉਹ ਵੀ ਅਸੀਂ ਇਕੱਠੇ ਮਿਲ ਕੇ ਚੱਲਾਂਗੇ। ਦੂਜੇ ਪਾਸੇ ਜੋ ਕਾਂਗਰਸ ਦੇ ਆਪਸੀ ਹਾਲਾਤ ਬਣੇ ਹੋਏ ਨੇ, ਸਾਰਿਆਂ ਦੀ ਨਿਗਾਹ ਹੁਣ ਕਾਂਗਰਸ ਹਾਈ ਕਮਾਂਡ ਵੱਲ ਹੈ ਕਿ ਕਾਂਗਰਸ ਹਾਈ ਕਮਾਂਡ ਤੋਂ ਇਸ਼ਾਰਾ ਕੀ ਆਉਂਦਾ। ਵੈਸੇ ਤਾਂ ਉੱਪਰ ਤਾਂ ਸਾਫ਼ ਹੋ ਗਿਆ ਕਿ 2022 ਦੀਆਂ ਜੋ ਚੋਣਾਂ ਹੈ ਉਹ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੀ ਲੜੂਗੀ। ਤੇ ਇਹਨਾਂ ਸਾਰੇ ਮਸਲਿਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਸਿਆਸੀ ਮਾਹਰ ਰਣ ਸਿੰਘ ਧਾਲੀਵਾਲ ਹਾਜ਼ਰ ਨੇ। ਰਣ ਸਿੰਘ ਧਾਲੀਵਾਲ ਜਦੋਂ ਟਿੱਪਣੀ ਕਰਦੇ ਨੇ ਜਾਂ ਸਾਡੇ ਨਾਲ ਗੱਲਬਾਤ ਕਰਦੇ ਨੇ, ਉਹਨਾਂ ਦੀ ਕੀਤੀਆਂ ਹੋਈਆਂ ਗੱਲਾਂ ਬਿਲਕੁਲ ਸਿਆਸਤ 'ਤੇ ਬਿਲਕੁਲ ਸਹੀ ਬੈਠਦੀਆਂ ਨੇ। ਉਹਨਾਂ ਦੇ ਜਤਾਏ ਹੋਏ ਖਦਸ਼ੇ ਬਿਲਕੁਲ ਸੱਚ ਸਾਬਤ ਹੁੰਦੇ ਨੇ। ਤੇ ਅੱਜ ਵੀ ਗੱਲਬਾਤ ਕਰਾਂਗੇ ਪੰਜਾਬ ਦੇ ਸਿਆਸੀ ਮਸਲੇ ਉੱਤੇ। ਸਭ ਤੋਂ ਪਹਿਲਾਂ ਰਣਾ ਸਾਹਿਬ ਤੁਹਾਡਾ ਜੀ ਸਵਾਗਤ ਹੈ ਖਬਰ। ਮਿਹਰਬਾਨੀ ਜੀ, ਮਿਹਰਬਾਨੀ, ਸ਼ੁਕਰੀਆ। ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਪ੍ਰੋਫੈਸਰ ਸਾਹਿਬ, ਜੋ ਇਹ ਪੰਜਾਬ ਦੇ ਸਿਆਸੀ ਹਾਲਾਤ ਬਣ ਗਏ, ਇੱਕ ਪਾਸੇ ਤਾਂ ਕਾਂਗਰਸ ਸਰਕਾਰ ਦੀ ਆਪਸੀ ਖਾਨਾ ਜੰਗੀ ਹੈ, ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਲਗਾਤਾਰ ਤਰਲੋ ਮੱਛੀ ਹੋ ਰਹੀ ਹੈ, ਤੇ ਸ਼੍ਰੋਮਣੀ ਅਕਾਲੀ ਦਲ ਤੇ ਬੀਐਸਪੀ ਦਾ ਆਪਸ ਦੇ ਵਿੱਚ ਗੱਠਜੋੜ ਹੋਣਾ, ਕਿਤੇ ਨਾ ਕਿਤੇ ਇਹ ਜੋ ਸਿਨੈਰੀਓ ਬਣਿਆ ਹੋਇਆ, ਇਹ ਕੀ ਸੰਦੇਸ਼ ਦਿੰਦਾ ਕਿ ਆਉਣ ਵਾਲੇ 2022 ਦੇ ਵਿੱਚ ਕਿਸ ਦੀ ਸਰਕਾਰ ਬਣ ਸਕਦੀ ਹੈ? ਭੁੰਗ ਸਾਹਿਬ, ਸਰਕਾਰ ਬਣਨ ਤੋਂ ਪਹਿਲਾਂ ਇਹ ਲੱਗਦਾ ਹੈ ਕਿ ਇੱਕ ਪਾਰਟੀ ਨਹੀਂ, ਸਾਰੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੋਂਦ 'ਚ ਨੇ ਅੱਜ ਸਿਆਸੀ ਪਾਰਟੀਆਂ, ਸਾਰੀਆਂ ਸਿਆਸੀ ਪਾਰਟੀਆਂ ਨੂੰ ਪਹਿਲਾਂ ਤਾਂ ਉਹਨਾਂ ਸਾਰੀਆਂ ਦੇ ਵਿੱਚ ਹੀ ਇਸ ਸਮੇਂ ਅੰਦਰੂਨੀ ਬਖਰੇਵਾਂ ਜਿਹੜਾ ਉਹ ਜ਼ਿਆਦਾ ਡੂੰਘਾ ਹੈ। ਕੱਲੀ ਪਾਰਟੀ ਦੀ ਤੁਸੀਂ ਗੱਲ ਕੀਤੀ ਹੈ, ਆਮ ਆਦਮੀ ਪਾਰਟੀ ਦੇ ਵਿੱਚ ਵੀ ਬਖਰੇਵਾਂ ਚੱਲ ਰਿਹਾ ਹੈ। ਆਮ ਆਦਮੀ ਪਾਰਟੀ ਨੂੰ ਵੀ ਇਹ ਯਕੀਨ ਨਹੀਂ ਹੈ ਕਿ ਜਿਹੜੇ ਸਾਡੇ ਜਿੱਤੇ ਹੋਏ ਐਮਐਲਏ ਨੇ ਜਾਂ ਸਾਡੇ ਜਿਹੜੇ ਪੋਟੈਂਸ਼ੀਅਲ ਕੈਂਡੀਡੇਟ ਐਮਐਲਏ ਨੇ ਉਹ ਸਾਡੇ ਨਾਲ ਟਿਕ ਪਾਉਣਗੇ ਕਿ ਨਹੀਂ ਟਿਕ ਪਾਉਣਗੇ, ਕਿਉਂਕਿ ਦੂਸਰਾ ਇੱਕ ਅਜੀਬ ਜਿਹੜਾ ਵਰਤਾਰਾ ਚੱਲ ਰਿਹਾ ਹੈ ਕਿ ਜਿਹਨੂੰ ਟਿਕਟ ਮਿਲ ਜਾਂਦੀ ਹੈ ਉਹ ਪਾਰਟੀ 'ਚ ਹੈ, ਜਿਹਨੂੰ ਟਿਕਟ ਨਹੀਂ ਮਿਲਦੀ ਉਹ ਬਾਗੀ ਹੈ, ਬਾਗੀ ਹੋ ਕੇ ਉਹ ਪਤਾ ਨਹੀਂ ਕਿਸੇ ਹੋਰ ਪਾਰਟੀ ਤੋਂ ਟਿਕਟ ਲੈਣ 'ਚ ਕਾਮਯਾਬ ਹੋ ਜਾਂਦਾ ਹੈ। ਤੀਸਰਾ ਜਿਹੜਾ ਮੈਂ ਸਮਝ ਰਿਹਾ ਕਿ ਪਿਛਲੇ ਸਮੇਂ ਦੀ ਕੋਈ 10 ਸਾਲਾਂ ਤੋਂ ਜ਼ਿਆਦਾ ਜਾਂ 15 ਸਾਲਾਂ ਤੋਂ ਕਹਿ ਲਓ ਕਿ ਸਿਆਸਤ ਇਸ ਤਰ੍ਹਾਂ ਦੀ ਹੋ ਗਈ ਕਿ ਹਰ ਇੱਕ ਬੰਦਾ ਪਾਰਟੀ ਨੂੰ ਛੱਡ ਕੇ ਇਹ ਚਾਹੁੰਦਾ ਹੈ ਕਿ ਮੇਰੀ ਜਿੱਤ ਪਹਿਲਾਂ ਯਕੀਨੀ ਹੋਵੇ, ਪਾਰਟੀਆਂ ਪੂਟੀਆਂ ਬਾਅਦ 'ਚ ਨੇ। ਕਿਉਂਕਿ ਇਖਲਾਕ ਨੂੰ ਛੱਡ ਕੇ, ਮੋਰੈਲਿਟੀ ਨੂੰ, ਨੈਤਿਕਤਾ ਨੂੰ ਛੱਡ ਕੇ ਕੋਈ ਵੀ ਸਿਆਸੀ ਪਾਰਟੀ ਕਿਸੇ ਵੀ ਸਿਆਸੀ ਪਾਰਟੀ ਦੇ ਵਿੱਚ ਕਿਹੜੇ ਵੇਲੇ ਐਂਟਰੀ ਲੈ ਜੇ ਕੋਈ ਨਹੀਂ ਪਤਾ। ਉਹ ਹਿੰਦੁਸਤਾਨ ਪੱਧਰ 'ਤੇ ਜੋ ਕਪਿਲ ਸਿੱਬਲ ਨੇ ਗੱਲ ਕਹੀ ਹੈ ਆਪਣੇ ਜਤਿਨ ਪ੍ਰਸਾਦ ਜੀ ਬਾਰੇ ਕਿ ਜੇਕਰ ਅਸੀਂ ਸਾਰੀ ਉਮਰ ਬੀਜੇਪੀ ਦੀ ਆਈਡੀਆਲੋਜੀ ਨੂੰ ਹੀ ਨਿੰਦਦੇ ਰਹੇ ਹਾਂ ਤੇ ਰਾਤੋਂ ਰਾਤ ਉਹ ਆਈਡੀਆਲੋਜੀ ਕਿਵੇਂ ਚੰਗੀ ਹੋਗੀ। ਸੋ ਗੱਲ ਤਾਂ ਉਹਦੀ ਬੜੀ ਸਹੀ ਹੈ, ਤਰਕ ਵਾਲੀ ਹੈ। ਹਾਂ, ਗਿਵਨ ਸਿਚੁਏਸ਼ਨ 'ਚ ਕਿਤੇ ਬਹੁਮਤ ਨਹੀਂ ਮਿਲੀ, ਪਤਾ ਨਹੀਂ ਕੌਣ ਕਿਹਦੇ ਨਾਲ ਸਮਝੌਤਾ ਕਰ ਲੇ, ਉਹ ਇੱਕ ਵੱਖਰੀ ਚੀਜ਼ ਹੁੰਦੀ ਹੈ। ਪਰੰਤੂ ਜੇ ਪਹਿਲਾਂ ਹੀ ਆਈਡੀਆਲੋਜੀ ਨਾਲ ਸਮਝੌਤਾ ਕਰਨਾ ਜਿਹੜਾ ਇਹ ਸਿਆਸਤ 'ਚ ਵੈਸੇ ਚੱਲਦਾ ਪਹਿਲਾਂ ਵੀ ਸੀ, ਪਰ ਹੁਣ ਇਹ ਬਹੁਤ ਜ਼ਿਆਦਾ ਵੱਧ ਗਿਆ, ਇਹਦੇ ਵਿੱਚ ਕੋਈ ਫਰਕ ਨਹੀਂ। ਸੋ ਇਸ ਕਰਕੇ ਜਿਹੜੀ ਤਸਵੀਰ ਹੈ ਆਉਣ ਵਾਲੀ ਸਰਕਾਰ ਦੀ ਉਹ ਬਹੁਤ ਜ਼ਿਆਦਾ ਧੁੰਦਲੀ ਹੈ। ਨਾ ਤਾਂ ਕੋਈ ਪਾਰਟੀ ਵੀ ਐ ਸਮਰੱਥ ਨਹੀਂ ਦਿਖਾਈ ਦੇ ਰਹੀ। ਇਸ ਦੇ ਉੱਪਰ ਜਿਹੜਾ ਹੋਰ ਇੱਕ ਪ੍ਰਭਾਵ ਹੈ ਉਹ ਕਿਸਾਨੀ ਅੰਦੋਲਨ ਦਾ ਹੈ। ਕਿਸਾਨੀ ਅੰਦੋਲਨ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਯੂਪੀ ਦੇ ਵਿੱਚ, ਭਾਵੇਂ ਹਿੰਦੁਸਤਾਨ ਦੇ ਵਿੱਚ ਹੀ ਵੱਡੀ ਪੱਧਰ ਤੇ ਫੈਲਿਆ, ਪਰ ਇਹਨਾਂ 3 ਸਟੇਟਾਂ ਦੇ ਵਿੱਚ ਇਹ ਲੱਗ ਰਿਹਾ ਹੈ ਕਿ ਇਹ ਆਪਦਾ ਵੱਡਾ ਪ੍ਰਭਾਵ ਛੱਡੇਗਾ। ਵੋਟਰ ਕਿਸਾਨੀ ਅੰਦੋਲਨ ਦੇ ਵਿੱਚੋਂ ਲੰਘ ਰਿਹਾ ਜਿਹੜਾ, ਉਹ ਕਿਸਾਨ ਲੀਡਰਾਂ ਦੀ ਜਿਹੜੀ ਵੀ ਅਪੀਲ ਹੋਏਗੀ ਉਸ 'ਤੇ ਜ਼ਰੂਰ ਗੌਰ ਕਰੇਗਾ ਤੇ ਉਹ ਤੋਂ ਬਹੁਤ ਸਾਰਾ ਜਿਹੜਾ ਪਰਸੈਂਟੇਜ ਆਫ ਵੋਟਰ ਹੈ ਉਹ ਉਹਨਾਂ ਦੀ ਗੱਲ ਮੰਨੇਗਾ। ਤੇ ਉਹਦੇ ਨਾਲ ਕਿਸੇ ਵੀ ਪਾਰਟੀ ਨੂੰ, ਕਿਉਂਕਿ ਇਹਨਾਂ 'ਚੋਂ ਕੋਈ ਵੀ ਪਾਰਟੀ ਖੁੱਲ੍ਹ ਕੇ ਕਿਸਾਨਾਂ ਨਾਲ ਨਹੀਂ ਹੈ, ਤੋ ਇਸ ਕਰਕੇ ਇਹਦੇ ਵਿੱਚ ਅਜੇ ਇਹ ਸੰਭਾਵਨਾ ਜਤਾਉਣੀ ਕਿ ਕਿਹਦੀ ਸਰਕਾਰ ਬਣੇਗੀ ਅੱਜ ਦੀ ਘੜੀ ਮੈਨੂੰ ਇਹ ਲੱਗ ਰਿਹਾ ਕਿ ਇਹ ਔਖਾ ਕੰਮ ਹੈ ਹਾਲੇ ਜੀ। ਤੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਤੇ ਬੀਐਸਪੀ ਦਾ ਗੱਠਜੋੜ ਹੋਇਆ, ਇਹ ਸ਼੍ਰੋਮਣੀ ਅਕਾਲੀ ਦਲ ਜਾਂ ਬੀਐਸਪੀ ਨੂੰ ਕਿੱਥੋਂ ਤੱਕ ਸਿਆਸੀ ਫਾਇਦਾ ਪਹੁੰਚਾ ਸਕਦਾ ਤੇ ਦੂਜੀਆਂ ਪਾਰਟੀਆਂ ਨੂੰ ਡੈਮੇਜ ਕਰ ਸਕਦਾ? ਦੇਖੋ, ਇਹ ਫਾਇਦਾ ਤਾਂ ਪਹੁੰਚਾ ਸਕਦਾ ਜੇਕਰ ਆਪਾਂ ਇਹਦਾ ਪਾਸਟ ਦੇ ਵਿੱਚ ਲੰਘੇ ਹੋਏ ਬੀਤੇ ਸਮੇਂ ਦੇ ਵਿੱਚ ਇਹਦਾ ਠੀਕ ਐਨਾਲਿਸਿਸ ਕਰੀਏ ਕਿ ਲਗਭਗ 2 ਦਹਾਕੇ ਪਹਿਲਾਂ ਜਾਂ 25 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਟੌੜਾ ਸਾਹਿਬ ਸੀਗੇ, ਟੌੜਾ ਸਾਹਿਬ ਇਸ ਗੱਲ ਦੇ ਹਮਾਇਤੀ ਸੀ
ਉਦੋਂ ਕਾਰਨ ਇਹ ਸੀ ਕਿ ਉਦੋਂ ਜਿਹੜਾ ਦਲਿਤ ਵੋਟਰ ਦਾ ਝੁਕਾਅ ਸੀ ਉਹ ਬਹੁ ਗਿਣਤੀ ਝੁਕਾਅ ਕਾਂਗਰਸ ਵੱਲ ਸੀ। ਅਕਾਲੀ ਦਲ ਵੱਲ ਦਲਿਤ ਵੋਟਰ ਖਿੱਚਿਆ ਨਹੀਂ ਸੀ ਜਾ ਰਿਹਾ। ਉਸ ਸਮੇਂ ਅਕਾਲੀ ਦਲ ਨੇ ਬੀਐਸਪੀ ਨਾਲ ਸਮਝੌਤਾ ਕਰਕੇ, ਜਿਸ ਸਮੇਂ 2-3 ਐਮਪੀ ਵੀ ਬੀਐਸਪੀ ਦੇ ਜਿਤਾਏ ਪੰਜਾਬ ਚੋਂ ਜੀ, ਤੇ 10 ਤੋਂ ਵੱਧ ਐਮਐਲਏ ਵੀ, ਮੇਰੇ ਖਿਆਲ 17 ਜਾਂ 15 ਐਮਐਲਏ ਵੀ ਇੱਕ ਵਾਰੀ ਐਸੀ ਪੋਜੀਸ਼ਨ ਸੀ ਸ਼ਾਇਦ ਉਹਨਾਂ ਦੇ, ਮੈਨੂੰ ਐਗਜ਼ੈਕਟ ਯਾਦ ਨਹੀਂ, ਪਰ 10 ਤੋਂ ਵੱਧ ਸੀ। ਇੰਨੇ ਕੁ ਐਮਐਲਏ ਵੀ ਉਹਨਾਂ ਦੇ ਆਏ। ਉਹ ਇੱਕ ਸਮਾਂ ਭੰਗੂ ਸਾਹਿਬ ਐਸਾ ਸੀ ਕਿ ਇਹ ਜਿਹੜਾ ਵੋਟਰ ਸੀ ਇਹ ਬੀਐਸਪੀ ਦੇ ਨਾਂ ਤੇ ਕਾਂਗਰਸ ਨਾਲ ਟੁੱਟ ਕੇ ਉਹਦਾ ਫਾਇਦਾ ਹੋਇਆ ਅਕਾਲੀ ਦਲ ਨੂੰ। ਪਰੰਤੂ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਨੇ ਇੱਕ ਆਪਣਾ ਸਮਝੌਤਾ ਕੀਤਾ ਇਹਦੇ ਨਾਲ, ਬੀਜੇਪੀ ਨਾਲ। ਬੀਜੇਪੀ ਦੇ ਬਾਰੇ ਜਿਹੜੇ ਸਾਡੇ ਦਲਿਤ ਵਰਗ ਦੇ ਵੋਟਰ ਨੇ, ਗਰੀਬ ਵਰਗ ਦੇ ਵੋਟਰ ਨੇ, ਉਹਨਾਂ ਨੂੰ ਜਦੋਂ ਦੱਸਿਆ ਜਾਂਦਾ ਹੈ ਕਿ ਬੀਜੇਪੀ ਮੰਨੀ ਜਾਂਦੀ ਹੈ ਕਿ ਟੋਟਲ ਹਿੰਦੂਵਾਦੀ ਵਿਚਾਰਧਾਰਾ ਦੀ ਪਾਰਟੀ, ਜਿਹਦੇ ਵਿੱਚ ਹਿੰਦੂ ਧਰਮ ਨਾਲ ਸੰਬੰਧਿਤ ਜਿਹੜੀਆਂ ਸਵਰਨ ਜਾਤੀਆਂ ਨੇ ਉਹਨਾਂ ਦਾ ਪ੍ਰਭਾਵ ਉਹਦੇ ਵਿੱਚ ਜ਼ਿਆਦਾ ਮੰਨਿਆ ਜਾਂਦਾ ਹੈ। ਤੇ ਉਹ ਜਿਹੜੀਆਂ ਜਾਤੀਆਂ ਨੇ ਜਿਹਦੇ ਵਿੱਚ ਆਰਐਸਐਸ ਵੀ ਆਪਣਾ ਰੋਲ ਪਲੇ ਕਰਦੀ ਹੈ, ਉਹ ਮਨੂ ਸਮਿਰਤੀ ਨੂੰ ਜਾਂ ਮਨੂਵਾਦੀ ਸੋਚ ਨੂੰ ਮੰਨਦੀਆਂ ਨੇ, ਜਿਹੜੀਆਂ ਦਲਿਤ ਵਰਗ ਨੂੰ ਸ਼ੂਦਰ ਕਹਿ ਕੇ ਨਿੰਦਦੀਆਂ ਨੇ ਤੇ ਇੱਕ ਨਫ਼ਰਤ ਦੀ ਨਿਗਾਹ ਨਾਲ ਦੇਖਦੀਆਂ ਨੇ। ਉਸ ਸਮੇਂ ਇਹ ਗੱਲ ਸਹੀ ਸੀ ਕਿ ਅਕਾਲੀ ਦਲ ਨੂੰ ਲੱਗਿਆ ਕਿ ਆਪਾਂ ਸਮਝੌਤਾ ਬੀਜੇਪੀ ਨਾਲ ਕਰ ਲਈਏ। ਬੀਜੇਪੀ ਨੂੰ ਉਹ 22-23 ਸੀਟਾਂ ਜਿਹੜੀਆਂ ਛੱਡਦੇ ਸੀ, ਇੱਕ ਵਾਰ ਉਹ 18-19 ਵੀ ਜਿੱਤੇ ਉਹਨਾਂ ਚੋਂ, ਪਿਛਲੀ ਵਾਰੀ ਤਾਂ ਭਾਵੇਂ ਚਲੋ 3 ਕੀ ਜਿੱਤ ਪਾਏ। ਤੇ ਇਸ ਕਰਕੇ ਉਸ ਇੱਕ ਵਰਗ ਦੇ ਵਿੱਚੋਂ ਜਦੋਂ 18-17 ਐਮਐਲਏ ਉਹਨਾਂ ਨੂੰ ਉੱਥੋਂ ਮਿਲ ਜਾਂਦੇ ਸੀ ਤਾਂ ਉਹਨਾਂ ਨੂੰ ਲੱਗਦਾ ਸੀ ਕਿ ਬੀਐਸਪੀ ਉਹਨਾਂ ਦੇ ਨਾਲ ਨਹੀਂ ਆਏਗੀ ਜੇਕਰ ਬੀਜੇਪੀ ਜਾਏਗੀ। ਹੁਣ ਅਕਾਲੀ ਦਲ ਨੇ ਬੀਜੇਪੀ ਨੂੰ ਛੱਡ ਦਿੱਤਾ ਹੈ। ਦੁਬਾਰਾ ਫਿਰ ਇਹਨਾਂ ਨੇ ਉਹੀ ਪੱਤਾ ਖੇਡਣਾ ਚਾਹਿਆ ਕਿ ਇਹਦੇ ਨਾਲ ਸ਼ਾਇਦ ਅਸੀਂ ਆਪਦੇ ਆਪ ਨੂੰ ਮਜ਼ਬੂਤ ਕਰਾਂਗੇ। ਤੇ ਜਿਹੜੀਆਂ 20 ਸੀਟਾਂ ਦਾ ਐਲਾਨ ਅਖਬਾਰ 'ਚ ਜਾਂ ਸੂਚਨਾ ਦੇ ਵਿੱਚ ਆਇਆ ਹੈ ਵੱਖ-ਵੱਖ ਮੀਡੀਅਮ ਦੇ ਵਿੱਚ, ਉਹਨਾਂ ਦੇ ਵਿੱਚ ਬਹੁ ਗਿਣਤੀ ਜਿਹੜੀ ਸੀਟਾਂ ਨੇ ਉਹ ਵੀ ਰਿਜ਼ਰਵ ਸੀਟਾਂ ਜਿਹੜੀਆਂ ਫਾਰ ਸ਼ਡਿਊਲ ਕਾਸਟ ਨੇ ਉਹਨਾਂ ਤੇ ਜ਼ਿਆਦਾ ਸਮਝੌਤਾ ਹੋਇਆ, ਕਿਉਂਕਿ ਦੁਆਬੇ ਦੇ ਵਿੱਚ ਉਹਨਾਂ ਦਾ ਪ੍ਰਭਾਵ ਵੀ ਜ਼ਿਆਦਾ ਹੈ। ਇੱਕ ਗੱਲ ਹੋਰ ਦੇਖਣ ਦੇ ਵਿੱਚ ਭੰਗੂ ਸਾਹਿਬ ਇਹ ਆ ਰਹੀ ਹੈ ਕਿ ਇਹਨਾਂ ਸੀਟਾਂ ਤੇ, ਸਾਰੀਆਂ ਤੇ ਭਾਵੇਂ ਨਹੀਂ, ਜ਼ਿਆਦਾਤਰ ਸੀਟਾਂ ਤੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਜਿੱਤੇ, ਮਾਲਵੇ 'ਚ ਸਪੈਸ਼ਲੀ, ਉਹ ਜਿਹੜੀਆਂ ਸ਼ਡਿਊਲ ਕਾਸਟ ਰਿਜ਼ਰਵ ਸੀਟਾਂ ਸੀ, ਰਾਖਵੀਆਂ ਸੀਟਾਂ ਸੀ, ਉਹਨਾਂ ਤੇ ਜ਼ਿਆਦਾ ਜਿੱਤਣ 'ਚ ਕਾਮਯਾਬ ਹੋਏ ਹੋ। ਸੋ ਇਸ ਕਰਕੇ ਅਕਾਲੀ ਦਲ ਨੂੰ ਸ਼ਾਇਦ ਲੱਗਦਾ ਹੈ ਕਿ ਉਹਨਾਂ ਦਾ ਪਲੜਾ ਭਾਰੀ ਹੈ। ਅਕਾਲੀ ਦਲ ਦਾ ਮੈਨੂੰ ਨਹੀਂ ਲੱਗਦਾ ਕਿਸੇ ਵੀ ਕੀਮਤ ਨਾਲ ਉਹ ਜਵਾਬ ਦੇ ਗਏ ਨੇ। ਆਮ ਆਦਮੀ ਪਾਰਟੀ ਨਾਲ ਸਮਝੌਤਾ ਹੋਣ ਦੇ ਅੱਜ ਦੀ ਘੜੀ ਕੋਈ ਚਾਂਸ ਲੱਗਦੇ ਨਹੀਂ। ਇਸ ਕਰਕੇ ਅਕਾਲੀ ਦਲ ਨੂੰ ਵੋਟ ਕਿੰਨੀ ਲਏਗਾ ਉਹ ਬਾਅਦ ਦੀ ਗੱਲ ਹੈ। ਹਜੇ ਇਹ ਬਹੁਤ ਚੈਲੰਜ ਹੈ, ਇਹ ਕਹਿਣਾ ਬਹੁਤ ਔਖਾ ਹੈ ਕਿ ਅਕਾਲੀ ਦਲ ਤੇ ਬੀਐਸਪੀ ਸਰਕਾਰ ਬਣਾ ਲੈਣਗੇ। ਇਹ ਕੋਈ ਸੌਖਾ ਕੰਮ ਨਹੀਂ। ਪਰੰਤੂ ਇਸ ਦੇ ਵਿੱਚ ਜਦੋਂ ਆਪਾਂ ਇਹ ਦੇਖਦੇ ਹਾਂ ਕਿ ਇਹਦਾ ਫਾਇਦਾ ਹੋ ਸਕਦਾ ਹੈ ਕਿ ਉਹ ਜਿਹੜਾ ਸੈਕਸ਼ਨ ਹੈ, ਵੀਕਰ ਸੈਕਸ਼ਨ ਕਹਿ ਲਓ, ਦਲਿਤ ਵਰਗ ਕਹਿ ਲਓ, ਉਹ ਆਮ ਆਦਮੀ ਪਾਰਟੀ ਨੂੰ ਜੇ ਹਿੱਟ ਕਰਨ 'ਚ ਕਾਮਯਾਬ ਹੋ ਗਿਆ ਤਾਂ ਹੋ ਸਕਦਾ ਹੈ ਕਿ ਉਹ 10, 8, 7 ਐਮਐਲਏ ਅਕਾਲੀ ਦਲ ਨੂੰ ਸਪੋਰਟ ਕਰਨ ਵਾਲੇ ਦੇ ਦੇਵੇ। ਪਰੰਤੂ ਇਹਦੇ ਵਿੱਚ ਇੱਕ ਗੱਲ ਜਿਹੜੀ ਐਨਾਲਿਸਿਸ ਵਿਸ਼ਲੇਸ਼ਣ ਕਰਨ ਵਾਲੀ ਹੈ, ਉਹ ਇਹ ਜ਼ਰੂਰੀ ਹੈ ਕਿ ਇੱਕ ਸਮਾਂ ਸੀ ਜਦੋਂ ਬਹੁਜਨ ਸਮਾਜ ਪਾਰਟੀ ਦੇ ਵੱਡੇ ਕੱਦ ਦੇ ਨੇਤਾ ਪੰਜਾਬ ਵਿੱਚ ਦਿਖਾਈ ਦਿੰਦੇ ਸੀ ਅਤੇ ਉਦੋਂ ਬਾਬੂ ਕਾਸ਼ੀ ਰਾਮ ਜੀ ਖੁਦ ਜਿਉਂਦੇ ਸੀ, ਕਿਉਂਕਿ ਉਹ ਹੁਸ਼ਿਆਰਪੁਰ ਦੇ ਰਹਿਣ ਵਾਲੇ ਸੀ। ਉਹਨਾਂ ਦੀ ਇੱਕ ਵਿਸ਼ੇਸ਼ ਅਪੀਲ ਸੀ। ਪਰੰਤੂ ਪਿਛਲੇ ਸਮੇਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਵੀ ਪੰਜਾਬ 'ਚ ਬਹੁਤ ਜ਼ਿਆਦਾ ਕਮਜ਼ੋਰ ਹੋਈ ਹੈ। ਹਾਂ, ਹੁਣ ਇਹ ਦੁਬਾਰੇ ਉਹ ਜਿਹੜਾ ਲੈਵਲ ਹੈ ਉਹ ਗੇਨ ਕਰ ਪਾਏਗੀ, ਉਸ ਤੱਕ ਪਹੁੰਚ ਪਾਏਗੀ, ਨਹੀਂ ਪਹੁੰਚ ਪਾਏਗੀ, ਹਾਲੇ ਤੱਕ ਇਹ ਕੁਐਸਚਨ ਮਾਰਕ ਹੈ। ਇੱਕ ਗੱਲ ਹੋਰ ਕਿ ਨੈਸ਼ਨਲ ਲੈਵਲ ਤੇ ਵੀ ਬਹੁਜਨ ਸਮਾਜ ਪਾਰਟੀ ਇੰਨੀ ਕਮਜ਼ੋਰ ਹੋਈ ਹੈ, ਇਸ ਕਰਕੇ ਲੋਕ ਉਸ ਤੇ ਉਹਨਾਂ ਜ਼ਿਆਦਾ ਵਿਸ਼ਵਾਸ ਕਰਨਗੇ ਕਿ ਨਹੀਂ। ਤੇ ਫਿਰ ਜਿਹੜਾ ਉਹ ਜੇਕਰ ਐਦਾਂ ਹੋ ਜਾਂਦਾ ਹੈ, ਇਹ ਕੁਝ ਕਾਮਯਾਬ ਹੋ ਜਾਂਦੇ ਨੇ, ਫਿਰ ਵੀ ਮੈਨੂੰ ਇਹ ਲੱਗਦਾ ਹੈ ਕਿ ਇਹ ਵੋਟ ਸ਼ਾਇਦ ਜਿੱਤਣ ਯੋਗ ਨਾ ਬਣੇ। ਹਾਂ, ਕੰਪੀਟੀਸ਼ਨ ਦੇਣ ਯੋਗ ਇਹ ਵੋਟ ਬਣੇਗਾ।
ਇਹ ਦਿਖਾਈ ਦੇ ਰਿਹਾ ਹੈ। ਪਰੰਤੂ ਜੇ ਜਿੱਤਣਯੋਗ ਨਹੀਂ ਬਣਦਾ ਫਿਰ ਅਜੇ ਬਹੁਤ ਵੈਕਿਊਮ ਹੈ, ਬਹੁਤ ਖਲਾ ਹੈ, ਇਹ ਕਿਵੇਂ ਭਰਿਆ ਜਾਏਗਾ। ਹਾਲੇ ਅੱਜ ਦੀ ਘੜੀ ਇਹਦਾ ਐਨਾਲਿਸਿਸ ਜਿੰਨਾ ਚਿਰ ਸਾਰਿਆਂ ਦੇ ਸਮਝੌਤੇ ਨਹੀਂ ਹੁੰਦੇ ਉਦੋਂ ਤੱਕ ਇਹ ਔਖਾ ਲੱਗ ਰਿਹਾ। ਧਾਰੀਵਾਲ ਸਾਹਿਬ, ਜੋ ਅਲੱਗ-ਅਲੱਗ ਪਾਰਟੀਆਂ ਤੇ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਸੀ ਕਿ ਜੇ ਸਾਡੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਤਾਂ ਉਪ ਮੁੱਖ ਮੰਤਰੀ ਦਲਿਤ ਭਾਈਚਾਰੇ ਚਲਾਵਾਂਗੇ, ਕਿ ਉਹ ਲਾਲਚ ਵੀ ਫਸਿਆ ਹੋਇਆ ਬੀਐਸਪੀ ਨੂੰ ਉਹ ਲਾਲਚ ਫਸਿਆ ਹੋ ਸਕਦਾ ਹੈ ਜੇਕਰ ਉਹਦੀ ਬਹੁਤ ਥਿਨ ਮੈਜੋਰਿਟੀ ਹੋਈ, ਪਰ ਇਸ ਦਾ ਨੁਕਸਾਨ ਵੀ ਹੋ ਸਕਦਾ ਹੈ। ਇਹਦਾ ਨੁਕਸਾਨ ਇਸ ਕਰਕੇ ਹੋ ਸਕਦਾ ਹੈ ਕਿ ਦਲਿਤ ਵਰਗ ਦੇ ਵਿੱਚ ਜਿਹੜੇ ਵੱਡੇ ਨੇਤਾ ਅਕਾਲੀ ਦਲ 'ਚ ਸੀ, ਜਿਵੇਂ ਰਣੀਕੇ ਵਰਗੇ, ਜਿਹੜੇ ਉਮੀਦ ਲਾਈ ਬੈਠੇ ਸੀ ਕਿ ਸ਼ਾਇਦ ਹੁਣ ਨਾ ਅਕਾਲੀ ਦਲ ਸਾਨੂੰ ਕੋਈ ਵੱਡਾ ਫਾਇਦਾ ਦੇਵੇਗਾ ਤੇ ਉਹਦੇ ਕਰਕੇ ਅਸੀਂ ਦਲਿਤ ਵਰਗ ਨੂੰ ਆਰਗੇਨਾਈਜ਼ ਕਰਨ 'ਚ ਕਾਮਯਾਬ ਹੋਵਾਂਗੇ। ਦੂਜੇ ਪਾਸੇ ਇਹਦਾ ਇਹ ਨੁਕਸਾਨ ਵੀ ਹੋਏਗਾ, ਜਿਹੜਾ ਦਲਿਤ ਵਰਗ ਲੈ ਦੇ ਕੇ ਅਕਾਲੀ ਦਲ ਵੱਲ ਆਉਂਦਾ ਹੈ। ਜੇ ਮੈਂ ਮਤਲਬ ਇਹਦੇ ਵਿੱਚੋਂ ਕੁਛ ਐਨਾਲਿਸਿਸ ਇੱਦਾਂ ਨੇ, ਜੇ ਕਾਸਟ ਵਾਈਜ਼ ਆਪਾਂ ਐਨਾਲਿਸਿਸ ਕਰੀਏ, ਜਿਹੜੇ ਤਾਂ ਮਜ਼ਹਬੀ ਸਿੱਖ ਨੇ ਉਹ ਜ਼ਿਆਦਾਤਰ ਅਕਾਲੀ ਦਲ ਵੱਲ ਚੱਲੇ ਜਾਂਦੇ ਨੇ। ਜਿਹੜੇ ਰਮਦਾਸੀਏ ਸਿੱਖ ਨੇ ਜਾਂ ਰਮਦਾਸੀਆ ਵਰਗ ਨਾਲ ਸੰਬੰਧਿਤ ਦਲਿਤ ਵਰਗ ਹੈ, ਇਹ ਅਕਾਲੀ ਦਲ ਦਾ ਇਨ ਵਿਨ ਸਪੋਰਟਰ ਨਹੀਂ ਹੈ। ਉਹਨਾਂ ਦੇ ਆਪਦੇ ਰਿਲੀਜੀਅਸ ਸੈਂਟਰ ਵੀ ਨੇ, ਜਿਵੇਂ ਉਹ ਬੱਲਾ ਵਾਲਿਆਂ ਦਾ ਡੇਰਾ ਹੈ, ਇੱਦਾਂ ਦੇ ਹੋਰ ਵੀ ਨੇ। ਉਹ ਉਹਨਾਂ ਨੂੰ ਕਿਤੇ ਨਾ ਕਿਤੇ ਇਨਫਲੂਐਂਸ ਕਰਦੇ ਨੇ ਤੇ ਉਹ ਸਿੱਧਾ ਉਹਨਾਂ ਨੂੰ ਅਕਾਲੀ ਦਲ ਵੱਲ ਜਾਣ ਦੀ ਜ਼ਰੂਰਤ ਨਹੀਂ ਲੱਗਦੀ। ਸੋ ਇਸ ਕਰਕੇ ਇਹ ਨਾ ਹੋਵੇ ਕਿ ਜਿੰਨਾ ਦਲਿਤ ਵਰਗ ਦਾ ਵੋਟਰ ਅਕਾਲੀ ਦਲ ਨਾਲ ਜੁੜਿਆ ਹੈ। ਮੈਂ ਤੁਹਾਨੂੰ ਇੱਕ ਉਦਾਹਰਣ ਦੇ ਕੇ ਦੱਸਦਾ। ਯੂਪੀ ਦੇ ਵਿੱਚ ਇੱਕ ਕਾਰਨ ਮੈਂ ਇਹੀ ਸਮਝਦਾ ਕਾਂਗਰਸ ਦੇ ਮਰਨ ਦਾ, ਕਿ ਨਰਸਿਮਹਾ ਰਾਓ ਦੇ ਸਮੇਂ ਬੀਐਸਪੀ ਨਾਲ ਇੱਕ ਸਮਝੌਤਾ ਹੋਇਆ ਕਿ 30% ਸੀਟਾਂ ਤੇ ਅਸੀਂ ਲੜਾਂਗੇ, 70% ਤੇ ਬੀਐਸਪੀ ਲੜੇਗੀ। ਜਿਹੜਾ ਕਾਂਗਰਸ ਦਾ ਕਾਡਰ ਸੀ, ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਇਸ ਹਲਕੇ 'ਚ ਤਾਂ ਸਾਡੇ ਐਮਐਲਏ ਨੇ, ਸਾਡੇ ਐਮਪੀ ਨੇ ਇਲੈਕਸ਼ਨ ਹੀ ਨਹੀਂ ਲੜਨੀ ਕਾਂਗਰਸ ਦੇ ਨੇ, ਉਹ ਸਾਰਾ ਕਾਡਰ ਉਧਰ ਪਲਟ ਗਿਆ। ਸੋ ਇਸ ਕਰਕੇ ਇਹੋ ਜਿਹੇ ਚਾਂਸ ਵੀ ਹੋ ਸਕਦੇ ਨੇ। ਇੱਕ ਜਿਹੜਾ ਪਿਛਲਾ ਐਨਾਲਿਸਿਸ ਹੈ ਉਹ ਬਹੁਤ ਕਮਾਲ ਦਾ ਹੈ ਕਿ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਵੋਟ ਹੈ, ਜਿੱਥੇ ਤਾਂ ਬੰਦਾ ਕੋਈ ਦਲਿਤ ਵਰਗ ਦਾ ਹੈ, ਮੰਨ ਲਓ ਅਕਾਲੀ ਦਲ ਦਾ ਜਿਹੜਾ ਵਿਅਕਤੀ ਦਲਿਤ ਵਰਗ ਦਾ ਸੀਟ ਤੇ ਖੜਾ ਹੈ ਕਿਸੇ ਰਿਜ਼ਰਵ ਸੀਟ ਤੇ, ਉੱਥੇ ਬਹੁਜਨ ਸਮਾਜ ਪਾਰਟੀ ਦੀ ਉਸ ਨੂੰ ਵੋਟ ਕਨਵਰਟ ਹੁੰਦੀ ਹੈ ਸਮਝੌਤੇ 'ਚ। ਜਨਰਲ ਸੀਟਾਂ ਤੇ ਉੱਥੇ ਜਾਤੀਵਾਦ ਹਾਵੀ ਹੋ ਜਾਂਦਾ ਹੈ। ਉੱਥੇ ਕੋਈ ਜਦੋਂ ਜਾਤੀਵਾਦ ਦੇ ਪ੍ਰਭਾਵ ਹੇਠ ਇੱਦਾਂ ਦੀ ਅਪੀਲ ਆਉਂਦੀ ਹੈ ਕਿ ਨਹੀਂ ਆਪਾਂ ਨੂੰ ਆਹ ਸੂਟ ਕਰਦਾ, ਆਹ ਸੂਟ ਕਰਦਾ, ਉੱਥੇ ਬਹੁਜਨ ਸਮਾਜ ਪਾਰਟੀ ਦੀ ਟੋਟਲ ਵੋਟ ਅਕਾਲੀ ਦਲ ਨੂੰ ਕਨਵਰਟ ਨਹੀਂ ਹੁੰਦੀ। ਪਿਛਲਾ ਇਤਿਹਾਸ ਹੈ ਜਿਹੜਾ ਐਨਾਲਿਸਿਸ ਹੈ ਉਹ ਇਹ ਕਹਿੰਦਾ ਹੈ। ਹੁਣ ਇਸ ਵਾਰ ਹੋ ਪਾਏਗੀ ਨਹੀਂ ਹੋ ਪਾਏਗੀ, ਇਹ ਅਜੇ ਸਮੇਂ ਦੇ ਗਰਭ 'ਚ ਹੈ। ਪਹਿਲਾਂ ਹੀ ਕਹਿ ਦੇਣਾ ਇਹ ਗੱਲ ਔਖਾ ਕੰਮ ਹੈ। ਇੱਕ ਪ੍ਰੋਫੈਸਰ ਸਾਹਿਬ, ਜਦੋਂ ਇਹ ਕਿਆਸ ਰਾਈਆਂ ਸੀ, ਗੱਲਾਂ ਚੱਲਦੀਆਂ ਸੀ ਕਿ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋਊਗਾ, ਤੇ ਉਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਦੇ ਵਿੱਚ ਬਿਆਨ ਆਉਂਦਾ ਕਿ ਜੇਕਰ ਸਾਨੂੰ ਹਮਖਿਆਲੀ ਨਾ ਮਿਲੇ ਤਾਂ ਅਸੀਂ ਇਕੱਲਿਆਂ ਚੋਣਾਂ ਲੜਾਂਗੇ, ਅਸੀਂ ਕਿਸੇ ਨਾਲ ਗੱਠਜੋੜ ਨਹੀਂ ਕਰਾਂਗੇ। ਕੀ ਇਹ ਜੋ ਢੀਂਡਸਾ ਸਾਹਿਬ ਦਾ ਬਿਆਨ ਹੈ ਕਿ ਅਕਾਲੀ ਦਲ ਨੂੰ ਮੁੱਖ ਰੱਖ ਕੇ ਦਿੱਤਾ ਹੋਇਆ, ਤੇ ਅੱਜ ਢੀਂਡਸਾ ਸਾਹਿਬ ਕਿੱਥੇ ਸਟੈਂਡ ਕਰਦੇ ਨੇ? ਇਹ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਕਹਿਣਾ ਕਿ ਅਜੇ ਖਲਾ ਹੈ, ਇਹ ਸਮਝਣਾ ਹਾਲੇ ਔਖਾ ਹੈ। ਜੇ ਢੀਂਡਸਾ ਸਾਹਿਬ ਜਾਂ ਜਿਹੜੇ ਇਹੋ ਜਿਹੇ ਲੋਕ ਜਿਹੜੇ ਇੱਕਦਮ ਇਸ ਏਜੰਡੇ ਤੇ ਚੱਲੇ ਨੇ ਕਿ ਅਸੀਂ ਬਾਦਲ ਵਿਰੋਧੀ ਹਾਂ, ਉਹ ਲੋਕ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਕਰਕੇ ਆਪਣਾ ਸਿਆਸੀ ਸੰਗਠਨ ਵੱਡਾ ਨਹੀਂ ਕਰ ਸਕਦੇ ਜਾਂ ਅਸਰਦਾਰ ਨਹੀਂ ਕਰ ਸਕਦੇ, ਤਾਂ ਇਹ ਵੀ ਕਈ ਵਾਰ ਚਾਂਸ ਹੁੰਦੇ ਨੇ। ਜੇ ਤੁਹਾਡੇ ਯਾਦ ਹੋਵੇ, ਜਦੋਂ PPP ਪਾਰਟੀ ਬਣੀ ਤਾਂ ਬਾਅਦ 'ਚ ਜਿਹੜੇ ਵਿਸ਼ਲੇਸ਼ਕ ਸੀ ਉਹਨਾਂ ਦਾ ਅਨੁਭਵ ਇਹ ਸੀ ਕਿ ਉਸ ਦਾ ਉਲਟਾ ਅਕਾਲੀ ਦਲ ਨੂੰ ਫਾਇਦਾ ਹੋ ਗਿਆ, ਕਿਉਂਕਿ ਜਿਹੜਾ ਅਕਾਲੀ ਦਲ ਦੇ ਇੱਕਦਮ ਵਿਰੋਧੀ ਵੋਟ ਹੈ, ਉਹ ਜਿਹੜਾ ਸਾਰਾ ਵੋਟ ਹੈ ਉਹ ਕਾਂਗਰਸ ਦਾ ਵੀ ਵਿਰੋਧੀ ਹੈ। ਸਮੇਂ-ਸਮੇਂ ਤੇ ਉਹ ਕਾਂਗਰਸ ਨੂੰ ਵੀ ਅੱਛਾ ਨਹੀਂ ਸਮਝਦਾ, 84 ਦੇ ਦੰਗੇ ਜਾਂ ਕਾਂਗਰਸ ਦੀ ਨੀਤੀ ਸਿੱਖਾਂ ਪ੍ਰਤੀ। ਉਹ ਫਿਰ ਕਈ ਵਾਰ ਕੀ ਹੁੰਦਾ ਹੈ ਕਿ ਉਹ ਤੀਸਰੇ ਨੂੰ ਜਦੋਂ ਪੈ ਜਾਂਦਾ ਹੈ, ਜੇ ਉਹ 5% ਵੋਟ ਕਿਸੇ ਹੋਰ ਥਾਂ ਤੇ ਐਡ ਹੋ ਜੇ ਜਿੱਤਣ ਵਾਲੇ ਦੇ ਵੱਲ, ਫਿਰ ਤਾਂ ਉਹ ਬਹੁਤ ਭਾਰੀ ਗਿਣਤੀ 'ਚ ਅਸਰ ਆਪਦਾ ਪਾਉਂਦਾ ਹੈ। ਪਰ ਜੇ ਉਹ ਵੋਟ ਇੱਕ ਪਾਸਿਓਂ 5% ਟੁੱਟ ਕੇ ਬਿਲਕੁਲ ਵਿਰੋਧੀ ਕੋਲ ਨਾ ਜਾ ਕੇ ਨਿਊਟਰਲ ਬੰਦੇ ਕੋਲੇ ਚਲੇ ਜਾਵੇ, ਸਗੋਂ ਉਸ ਦਾ ਉਸ ਪਾਰਟੀ ਨੂੰ ਫਾਇਦਾ ਹੋ ਜਾਂਦਾ। ਸੋ ਇਸ ਕਰਕੇ ਇਹ ਚਾਂਸਸ ਹੋ ਸਕਦੇ ਨੇ ਕਿ ਜੇਕਰ ਢੀਂਡਸਾ ਸਾਹਿਬ ਦਾ ਕਿਸੇ ਨਾਲ ਸਮਝੌਤਾ ਨਹੀਂ ਹੁੰਦਾ ਉਸ ਧੜੇ ਦਾ,
ਤੇ ਉਹ ਮੰਨ ਲਓ ਮਾਨ ਦਲ ਨੂੰ ਜਾਂ ਕਿਸੇ ਇਸ ਤਰ੍ਹਾਂ ਦੇ ਦਲ ਨੂੰ ਜਿਹੜੇ ਬਿਲਕੁਲ ਸਿਰਫ ਤੇ ਸਿਰਫ ਸਿੱਖ ਨੂੰ ਅਪੀਲ ਕਰਦੇ ਨੇ, ਹੋਰ ਕਿਸੇ ਜਾਤੀ ਵਰਗ ਨੂੰ ਅਪੀਲ ਨਹੀਂ ਕਰਦੇ, ਉਹ ਵੋਟ ਢੀਂਡਸਾ ਸਾਹਿਬ ਲੈ ਜਾਂਦੇ ਨੇ, ਤਾਂ ਇਸ ਦਾ ਅਕਾਲੀ ਦਲ ਨੂੰ ਫਾਇਦਾ ਹੋ ਸਕਦਾ ਹੈ। ਪਰ ਮੈਂ ਹਾਲੇ ਇਹ ਸਮਝਦਾ ਅੱਜ ਦੀ ਸਥਿਤੀ 'ਚ ਅਕਾਲੀ ਦਲ ਟੱਕਰ ਦੇਣ 'ਚ ਆਇਆ ਨਹੀਂ, ਅੱਜ ਨਹੀਂ ਦਿਖਾਈ ਦੇ ਰਿਹਾ ਕਿ ਉਹ ਬਿਲਕੁਲ ਫਸਵੀਂ ਟੱਕਰ 'ਚ ਆ ਗਿਆ। ਨਾ ਜੇ ਕਾਂਗਰਸ ਸਪਸ਼ਟ ਹੈ, ਨਾ ਅਕਾਲੀ ਦਲ ਸਪਸ਼ਟ ਹੈ। ਇਸ ਦੇ ਵਿੱਚੋਂ ਕੋਈ ਇਹੋ ਜਿਹੀ ਮੂਵਮੈਂਟ ਉੱਠ ਖੜੇ, ਜਿਹੜੀ ਮੈਂ ਵਾਰ-ਵਾਰ ਕਹਿਣਾ ਕਿ ਜਿਹਨੂੰ ਕਿਸਾਨੀ ਅੰਦੋਲਨ ਦਾ ਵੱਡਾ ਫਾਇਦਾ ਮਿਲਣ ਦੀ ਸੰਭਾਵਨਾ ਹੋਵੇ, ਤਾਂ ਇੱਥੇ ਕੋਈ ਵੱਡਾ ਪਲਟਾ ਹੋਣ ਦੀ ਸੰਭਾਵਨਾ ਵੀ ਹਾਲੇ ਪਈ ਹੈ, ਉਹਨੂੰ ਅਸੀਂ ਇੱਕਦਮ ਨਕਾਰ ਨਹੀਂ ਸਕਦੇ। ਤੇ ਜੋ ਕਾਂਗਰਸ ਦੇ ਹਾਲਾਤ ਨੇ, ਅੰਦਰੂਨੀ ਹਾਲਾਤ ਨੇ, ਕਮੇਟੀ ਵੀ ਬਣੀ, ਉੱਥੇ ਪੇਸ਼ੀਆਂ ਵੀ ਪਈਆਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉੱਥੇ ਗਏ, ਉਸ ਤੋਂ ਬਾਅਦ ਰਿਪੋਰਟ ਸੋਨੀਆ ਗਾਂਧੀ ਨੂੰ ਦਿੱਤੀ ਗਈ, ਤਾਂ ਉਸ ਤੋਂ ਬਾਅਦ ਜੋ ਅੱਜ ਦੀ ਪੰਜਾਬ ਦੀ ਕਾਂਗਰਸ ਦੀ ਸਥਿਤੀ ਹੈ, ਕਿਵੇਂ ਲੱਗਦਾ ਕਿ ਕਾਂਗਰਸ ਕਿਵੇਂ ਇਸ ਮਸਲੇ ਨਾਲ ਨਜਿੱਠੂਗੀ? ਇਸ ਦੇ ਵਿੱਚ ਜੇ ਆਪਾਂ ਇਹਦਾ ਵਿਸ਼ਲੇਸ਼ਣ ਕਰੀਏ, ਜੋ ਸਾਫ਼ ਦਿਖਾਈ ਇਹ ਦੇ ਰਿਹਾ ਹੈ ਕਿ ਬਹੁ ਗਿਣਤੀ ਕਾਂਗਰਸ MLAs ਦੀ, ਬਹੁ ਗਿਣਤੀ ਕਾਂਗਰਸ ਵਰਕਰਸ ਦੀ, ਬਹੁ ਗਿਣਤੀ ਕਾਂਗਰਸ ਕਾਡਰ ਦੀ ਅਮਰਿੰਦਰ ਸਿੰਘ ਦੀ ਐਡਮਿਨਿਸਟ੍ਰੇਸ਼ਨ ਕੈਪੇਬਿਲਿਟੀ ਤੋਂ, ਹੁਨਰ ਤੋਂ ਖੁਸ਼ ਨਹੀਂ ਹੈ। ਕਿਉਂਕਿ ਅਮਰਿੰਦਰ ਸਿੰਘ ਦਾ ਪਹਿਲਾਂ ਵੀ ਸਟਾਈਲ ਸੀ ਕਿ ਉਹ ਮਿਲਦੇ ਨਹੀਂ, ਪਿਛਲੀ ਜਿਹੜੀ ਸਰਕਾਰ ਸੀ ਉਹ 'ਚ ਵੀ ਇਹ ਸੀ, ਪਰ ਉਸ ਸਰਕਾਰ 'ਚ ਇੱਕ ਮੇਜ ਇਹਨਾਂ ਦਾ ਇਹ ਸੀ ਕਿ ਮਿਲਣਾ ਕੋਈ ਜ਼ਰੂਰੀ ਨਹੀਂ, ਤੁਸੀਂ ਕੰਮ ਦੱਸ ਕੇ ਦੇਖੋ, ਕੰਮ ਹੁੰਦੇ ਨੇ। ਇਸ ਸਰਕਾਰ 'ਚ ਅਮਰਿੰਦਰ ਸਿੰਘ ਦੇ ਕੰਮ ਨਹੀਂ ਹੋ ਰਹੇ। ਜਿਹੜੇ ਲੋਕ ਪਾਰਟੀ 'ਚ ਨੇ ਉਹ ਸਭ ਇਹ ਦੁਹਾਈ ਪਾ ਰਹੇ ਨੇ ਕਿ ਨਾ ਤਾਂ ਕਰਪਸ਼ਨ ਰੁਕੀ ਹੈ, ਨਾ ਸਾਡੇ ਕੰਮ ਹੁੰਦੇ ਨੇ, ਤੇ ਜਿਹੜੇ ਵੀ ਕੰਮ ਹੁੰਦੇ ਨੇ ਉਹ ਕਿਸੇ ਨੌਕਰਸ਼ਾਹਾਂ ਦੀ ਡਿਊਟੀ ਲੱਗੀ ਹੈ ਕਿ ਬਜਾਏ CM ਨੂੰ ਉਹਨਾਂ ਨੂੰ ਜਾ ਕੇ ਸਾਨੂੰ ਮਿਲਣਾ ਪੈਂਦਾ। ਉਹ ਆਦੇਸ਼ ਕਰਦੇ ਨੇ, ਜੋ ਕੁਝ ਉਹ ਆਦੇਸ਼ ਕਰਦੇ ਨੇ ਉਹ ਪੂਰੇ ਉਤਰਦੇ ਨੇ, ਤੇ ਜੋ ਕੁਝ ਸਿਆਸੀ ਹੈਸੀਅਤ ਵਾਲੇ ਲੋਕ ਕਿਸੇ ਨੂੰ ਕੋਈ ਕੰਮ ਕਹਿੰਦੇ ਨੇ, ਉਹਦੀ ਕੋਈ ਬਾਹਰੀ ਤਵੱਜੋ ਦਿੱਤੀ ਨਹੀਂ ਜਾਂਦੀ। ਸੋ ਜਿਹਦੇ ਕਰਕੇ ਸਾਰੀਆਂ ਸਫਾਂ ਤੋਂ ਭਾਵ MLAs ਦੇ ਵਿੱਚ ਵੀ, ਵਰਕਰਸ ਵਿੱਚ ਵੀ ਅਤੇ ਹੋਰ ਲੀਡਰਾਂ ਵਿੱਚ ਵੀ ਅਮਰਿੰਦਰ ਸਿੰਘ ਦੀ ਕੋਈ ਅੱਛੀ ਪੈਂਠ ਇਸ ਸਰਕਾਰ 'ਚ ਨਹੀਂ ਬਣੀ। ਪਰੰਤੂ ਇਸ ਸਮੇਂ ਦੇ ਵਿੱਚ ਜਿਹੜੀ ਲੀਡਰਸ਼ਿਪ ਹੈ ਉਹ ਇੰਨੀ ਕਮਜ਼ੋਰ ਹੋਈ ਹੈ, ਕੇਂਦਰੀ ਲੀਡਰਸ਼ਿਪ, ਮੇਰਾ ਭਾਵ ਇੱਥੇ ਉਹ ਤੋਂ ਹੈ, ਕੇਂਦਰੀ ਲੀਡਰਸ਼ਿਪ ਜਿੱਤੀ ਜਿਤਾਈ ਸਰਕਾਰ ਮੱਧ ਪ੍ਰਦੇਸ਼ ਦੀ ਇੱਕ ਵਿੰਗ ਟੁੱਟ ਕੇ ਪੂਰੇ ਦਾ ਪੂਰਾ ਧੜਾ ਚਲਾ ਗਿਆ, ਉੱਥੇ ਸਰਕਾਰ ਟੁੱਟੀ। ਦੋਸ਼ ਲਾਇਆ ਜਾਂਦਾ ਕਿ BJP ਨੇ ਸਰਕਾਰ ਤੋੜ ਲਈ। ਸਿਆਸੀ ਲੋਕ ਤੋੜਦੇ ਹੁੰਦੇ ਨੇ, ਜੇ ਕੱਲ ਨੂੰ ਕਾਂਗਰਸ ਨੂੰ ਮੌਕਾ ਮਿਲਿਆ ਇਹ ਵੀ ਤੋੜਨਗੇ, ਪਹਿਲਾਂ ਇਹਨਾਂ ਨੇ ਵੀ ਬੜੀਆਂ ਤੋੜੀਆਂ ਨੇ, ਪਰ ਜਿੱਥੇ ਉਹਨਾਂ ਤੇ ਦੋਸ਼ ਲੱਗਦਾ ਉੱਥੇ ਆਪਣਾ ਘਰ ਬਚਾ ਕੇ ਰੱਖਣਾ ਵੀ ਜ਼ਿੰਮੇਵਾਰੀ ਵੀ ਹੈ। ਸੋ ਉਹ ਨਹੀਂ ਰੱਖ ਸਕੇ। ਇਸ ਤਰ੍ਹਾਂ ਹੀ ਹਿਮਾਚਲ 'ਚ ਔਖਾ ਚੱਲ ਰਿਹਾ, ਪਤਾ ਨਹੀਂ ਵੀਰਭਿੰਦਰ ਸਿੰਘ ਦੁਬਾਰਾ ਕਾਮਯਾਬ ਹੋਣਗੇ ਜਾਂ ਨਹੀਂ ਹੋਣਗੇ। ਸੋ ਇਸ ਤਰ੍ਹਾਂ ਹੀ ਪੰਜਾਬ 'ਚ ਚੱਲ ਰਿਹਾ ਹੈ। ਮੈਂ ਇਹਨੂੰ ਇੱਦਾਂ ਸਮਝਦਾ ਕਿ ਕੇਂਦਰੀ ਲੀਡਰਸ਼ਿਪ ਇੰਨੀ ਕਮਜ਼ੋਰ ਹੈ ਕਿ ਉਹਨੂੰ ਸਮਝ ਹੀ ਨਹੀਂ ਲੱਗਦੀ ਕਿ ਆਪਾਂ ਫੈਸਲਾ, ਜੇ ਤਾਂ ਉਹ ਅਮਰਿੰਦਰ ਸਿੰਘ ਦੇ ਖਿਲਾਫ ਫੈਸਲਾ ਲੈਂਦੇ ਨੇ, ਫਿਰ ਉਹਨਾਂ ਨੂੰ ਡਰ ਲੱਗਦਾ ਹੈ ਕਿ ਪੰਜਾਬ 'ਚ ਕਾਂਗਰਸ ਪਾਰਟੀ ਤੋਂ ਫਾੜ ਨਾ ਹੋ ਜਾਵੇ। ਜੇ ਉਹ ਅਮਰਿੰਦਰ ਸਿੰਘ ਦੇ ਹੱਕ 'ਚ ਫੈਸਲਾ ਲੈਂਦੇ ਨੇ, ਫਿਰ ਉਹਨਾਂ ਨੂੰ ਲੱਗ ਰਿਹਾ ਹੈ ਕਿ ਦੂਜੇ ਨਾਲ ਦਫਾੜ ਹੋ ਜਾਣ। ਉਹ ਸਾਰੀ ਸਿਚੁਏਸ਼ਨ ਦੇ ਵਿੱਚ ਕਾਂਗਰਸ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹ ਬਿਲਕੁਲ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਅਸਰਦਾਰ ਨਹੀਂ ਰਹੀ, ਤੇ ਉਹ ਐਦਾਂ ਦੇਖ ਰਹੀ ਹੈ ਕਿ ਚੁੱਪ ਕਰਕੇ ਵਕਤ ਲੰਘਾਓ ਕਿ ਸ਼ਾਇਦ ਕੱਲ ਨੂੰ ਠੀਕ ਹੋ ਜਾਏ, ਪਰਸੋਂ ਨੂੰ ਠੀਕ ਹੋ ਗਏ। ਪਰ ਇਹਦੇ ਵਿੱਚੋਂ ਇੱਕ ਸੰਕੇਤ ਹੈ ਜਿਹੜਾ ਵਿਰੋਧੀਆਂ ਨੂੰ ਇਹ ਜਾ ਰਿਹਾ ਹੈ ਕਿ ਸ਼ਾਇਦ ਅਮਰਿੰਦਰ ਸਿੰਘ ਨੂੰ ਕਾਂਗਰਸ ਬਦਲੇਗੀ ਨਹੀਂ, ਜਿਹਦੇ ਕਰਕੇ ਉਹਨਾਂ ਦੀ ਸੁਰ ਹੈ ਜਿਹੜੀ ਬਹੁਤਿਆਂ ਦੀ ਉਹ ਦਬ ਜਾਂਦੀ ਹੈ। ਕਾਂਗਰਸ ਅਮਰਿੰਦਰ ਸਿੰਘ ਵਿਰੋਧੀ ਜਿਹੜੇ ਬਿਲਕੁਲ ਵਿਰੋਧੀ ਨੇ ਉਹ ਸਾਹਮਣੇ ਨਿੱਤਰ ਕੇ ਆਏ ਨੇ, ਪਰ ਉਹਨਾਂ ਦੀ ਜਿਹੜੀ ਵਿਰੋਧੀ ਸੁਰ ਹੈ ਉਹ ਨੀਵੀਂ ਹੋ ਜਾਂਦੀ ਹੈ। ਇਸ ਕਾਰਨ ਕਰਕੇ ਮੈਨੂੰ ਇਹ ਲੱਗ ਰਿਹਾ ਹੈ ਕਿ ਕੋਈ ਸਮਝ ਜੀ ਨਹੀਂ ਲੱਗ ਰਹੀ, ਹਲੇ ਕੁਛ ਨਤਾਰਾ ਨਹੀਂ ਹੋ ਰਿਹਾ ਕਿ ਕਿੱਧਰ ਨੂੰ ਜਾਏਗੀ। ਪਰ ਇੱਕ ਗੱਲ ਮੈਂ ਵਾਰ-ਵਾਰ, ਮੈਂ ਪਹਿਲਾਂ ਵੀ ਤੁਹਾਡੇ ਚੈਨਲ ਤੋਂ ਕਹੀ, ਫਿਰ ਕਹਿਣਾ ਕਿ ਸਿਚੁਏਸ਼ਨ ਇੱਦਾਂ ਦੀ ਹੈ, ਬੇਅਦਬੀ ਦਾ ਜਿਹੜਾ ਮਸਲਾ ਹੈ, ਕਿਉਂਕਿ ਵੋਟਾਂ ਦੇ ਵਿੱਚ ਜਦੋਂ ਵੋਟਾਂ ਪੈਂਦੀਆਂ ਨੇ ਨਾ ਰਾਜਨੀਤੀ 'ਚ, ਵੋਟਾਂ ਦੇ ਵਿੱਚ ਅਸਲੀ ਮੁੱਦੇ ਨੇ ਜਿਹੜੇ, ਉਹਨਾਂ ਨੂੰ ਪਿੱਛੇ ਸਿੱਟਣ 'ਚ ਤਾਂ ਹੀ ਪਾਰਟੀਆਂ ਕਾਮਯਾਬ ਹੁੰਦੀਆਂ ਨੇ ਜੇ ਉਹ ਕੋਈ ਭਾਵਨਾਤਮਕ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਸਾਹਮਣੇ ਲੈ ਆਉਣ।
ਜੀ ਤੇ ਇਹ ਜਿਹੜਾ ਮੁੱਦਾ ਹੈ ਕਿਸਾਨੀ ਦਾ ਮੁੱਦਾ ਵੀ ਭਾਵਨਾਵਾਂ ਨਾਲ ਜੁੜਿਆ ਤੇ ਜਿਹੜਾ ਉਹ ਮੁੱਦਾ ਹੈ ਬੇਅਦਬੀ ਦਾ ਉਹ ਵੀ ਭਾਵਨਾਤਮਕ ਮੁੱਦਾ ਹੈ। ਉਹ ਮੁੱਦੇ ਨੂੰ ਕਾਂਗਰਸ ਜੇ ਦੁਬਾਰਾ ਬਣਾਉਣਾ ਚਾਹੇ, ਇੱਕ ਵਾਰੀ ਤਾਂ ਸਰਕਾਰ ਬਣਾ ਲਈ ਉਹਨਾਂ ਨੇ, ਬਿਲਕੁਲ ਜੇ ਦੁਬਾਰਾ ਬਣਾਉਣਾ ਚਾਹੇ ਤਾਂ ਇਹੀ ਹੱਲ ਹੈ ਕਿ ਕਿਸੇ ਸਿੱਖ ਇਮੇਜ ਵਾਲੇ, ਸਿੱਖ ਦਿੱਖ ਵਾਲੇ ਕਿਸੇ ਹੋਰ ਲੀਡਰ ਨੂੰ ਮੂਹਰੇ ਲਾ ਕੇ ਤੇ ਥੋੜੀ ਬਹੁਤੀ ਬੇਅਦਬੀ ਦੇ ਮਾਮਲਿਆਂ ਤੇ ਕਾਰਵਾਈ ਕਰਕੇ ਕਾਂਗਰਸ ਦੁਬਾਰੇ ਸਿੱਖਾਂ ਨੂੰ ਆਪਣੇ ਵੱਲ ਖਿੱਚ ਸਕਦੀ ਹੈ। ਨਹੀਂ ਤੇ ਜਿਹੜੇ ਸਿੱਖ ਨੇ ਉਹ ਬਾਦਲ ਅਕਾਲੀ ਦਲ ਤੋਂ ਵੀ ਦੁਖੀ ਨੇ ਤੇ ਕਾਂਗਰਸ ਤੋਂ ਵੀ ਦੁਖੀ ਨੇ। ਉਹ ਸਿਚੁਏਸ਼ਨ ਮੁਤਾਬਕ ਕੀ ਬਣੇਗਾ, ਉਹ ਇਸ ਤਰ੍ਹਾਂ ਫਾਇਦਾ ਹੋ ਸਕਦਾ ਕਾਂਗਰਸ ਨੂੰ ਜੇ ਕਰਨ, ਪਰ ਫਿਰ ਉਹੀ ਤੁਹਾਡੇ ਵਾਲੀ ਗੱਲ ਹੈ ਕਿ ਇੱਕਦਮ ਦਿਖਾਈ ਨਹੀਂ ਦੇ ਰਿਹਾ ਕਿ ਐਡਾ ਵੱਡਾ ਫੈਸਲਾ ਲੈਣ ਦੇ ਕੇਂਦਰੀ ਲੀਡਰਸ਼ਿਪ ਸਮਰੱਥ ਹੋਏਗੀ। ਜੀ ਪ੍ਰੋਫੈਸਰ ਸਾਹਿਬ, ਮੇਰਾ ਇੱਕ ਆਖਰੀ ਸਵਾਲ, ਗੱਲ ਕਰੀਏ ਜੇ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਅੱਜ ਕਿੱਥੇ ਹੈ? ਕਿਉਂਕਿ ਜਦੋਂ 2017 ਦੇ ਵਿੱਚ ਵਿਧਾਨ ਸਭਾ ਚੋਣਾਂ ਸੀ ਉਦੋਂ ਤਮਾਮ ਵੱਡੀ ਜਨਤਾ ਨੂੰ ਇਹ ਆਸ ਸੀ ਕਿ ਸਰਕਾਰ ਇਸ ਵਾਰ ਆਮ ਆਦਮੀ ਪਾਰਟੀ ਦੀ ਵੱਡੀ ਮੈਜੋਰਟੀ ਦੇ ਵਿੱਚ ਆਊਗੀ, ਪਰ ਜਦੋਂ ਨਤੀਜੇ ਆਏ, ਨਤੀਜੇ ਆਸ ਤੋਂ ਉਲਟ ਆਏ ਤੇ ਹੁਣ ਫਿਰ ਇੱਕ ਵਾਰ ਆਮ ਆਦਮੀ ਪਾਰਟੀ ਮੇਨ ਸਟ੍ਰੀਮ ਸਿਆਸਤ ਦੇ ਵਿੱਚ ਆਉਣ ਦੀ ਬੜੀ ਤਰਲੋ ਮੱਛੀ ਹੋ ਰਹੀ ਹੈ। ਤਾਂ ਹੁਣ ਕੀ ਲੱਗਦਾ ਕਿ ਕੋਈ ਹੱਥ ਪੱਲੇ ਪਊਗਾ ਪਾਰਟੀ ਦੇ? ਦੇਖੋ, ਮੈਂ ਫੇਰ ਇਹ ਪੁਰਾਣੀ ਗੱਲ ਤੇ ਹਾਲੇ ਮੈਨੂੰ ਜਿਹੜੀ ਗੱਲ ਤੇ ਕਲੈਰਿਟੀ ਨਹੀਂ ਹੈਗੀ, ਮੈਨੂੰ ਸਮਝ ਨਹੀਂ ਆਈ। ਉਹ ਇਹ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਆਮ ਆਦਮੀ ਪਾਰਟੀ ਦਾ ਕੇਂਦਰੀ ਜਿਹੜੀ ਲੀਡਰਸ਼ਿਪ ਹੈ ਕੌਣ ਹੋਏਗੀ। ਮੈਂ ਬਾਰ-ਬਾਰ ਇਹ ਗੱਲ ਪਹਿਲਾਂ ਵੀ ਦੁਹਰਾਈ ਹੈ, ਹੁਣ ਫੇਰ ਤੀਸਰੀ ਵਾਰ ਚੌਥੀ ਵਾਰ ਦੁਹਰਾ ਰਿਹਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਨੇਤਾ ਹੈ ਉਹ ਇੱਕ ਦਿੱਲੀ ਦੇ ਛੋਟੇ ਸੂਬੇ ਦਾ ਮੁੱਖ ਮੰਤਰੀ ਹੈ। ਜੀ ਜਦੋਂ ਉਸ ਤੋਂ ਵੱਡੇ ਸੂਬੇ ਦਾ ਕੋਈ ਮੁੱਖ ਮੰਤਰੀ ਬਣੂਗਾ ਉਸ ਪਾਰਟੀ ਦਾ, ਉਹ ਉਹਦੇ ਲਈ ਸਹਿਣਯੋਗ ਨਹੀਂ ਹੋਏਗਾ ਤੇ ਉਹ ਉਸ ਤੋਂ ਵੱਡਾ ਲੀਡਰ ਅਮਰਜ ਹੋ ਜਾਏਗਾ। ਜਾਂ ਤੇ ਕੇਜਰੀਵਾਲ ਜੀ ਨੂੰ ਚਾਹੀਦਾ ਹੈ ਕਿ ਉਹ ਮੁੱਖ ਮੰਤਰੀ ਛੱਡ ਕੇ ਸਿਰਫ ਪਾਰਟੀ ਪ੍ਰਧਾਨ ਬਣਨ, ਤਦ ਜਾ ਕੇ ਬਾਕੀ ਜਿਹੜੀਆਂ ਸਟੇਟਾਂ ਦੇ ਵਿੱਚ ਉਹਨਾਂ ਨੂੰ ਕੋਈ ਲੋਕ ਪ੍ਰਧਾਨ ਕਬੂਲ ਕਰ ਪਾਉਣਗੇ। ਸਭ ਤੋਂ ਵੱਡਾ ਇਸ਼ੂ ਇਹ ਹੈ। ਦੂਸਰਾ, ਆਮ ਆਦਮੀ ਪਾਰਟੀ ਕੋਲ ਕੋਈ ਵੱਡਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਜਿਹੜਾ ਮੁੱਖ ਮੰਤਰੀ ਬਣਨ ਦੇ ਯੋਗ ਹੋਵੇ। ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਜੇ ਕੋਈ ਮੁੱਖ ਮੰਤਰੀ ਬਣਨ ਦੇ ਯੋਗ ਚਿਹਰਾ ਮੂਹਰਾ ਲੱਗਦਾ ਸੀ ਉਹ ਇਕੱਲੇ ਫੂਲਕਾ ਸਾਹਿਬ ਦਾ ਲੱਗਦਾ ਸੀ। ਹੋਰ ਇਹ ਚਿਹਰੇ ਐਦਾਂ ਲੱਗਦਾ ਕਿ ਇਹ ਮੁੱਖ ਮੰਤਰੀ ਦੇ ਬਰਾਬਰ ਦੇ ਕੱਦ ਦੇ ਵਿਅਕਤੀ ਨਹੀਂ ਹੈਗੇ, ਚਾਹੇ ਉਹ ਭਗਵੰਤ ਮਾਨ ਹੋਣ, ਚਾਹੇ ਉਹ ਚੀਮਾ ਜੀ ਹੋਣ, ਚਾਹੇ ਉਹ ਅਮਨ ਅਰੋੜਾ ਹੋਣ। ਚਰਚਾਵਾਂ ਆ ਰਹੀਆਂ ਨੇ ਵੀ ਸ਼ਾਇਦ ਉਹ ਅਮਨ ਅਰੋੜਾ ਨੂੰ ਨੇਤਾ ਮੰਨ ਲੈਣ ਪੰਜਾਬ 'ਚ ਉਹਦੀ ਅਗਵਾਈ 'ਚ, ਪਰ ਅਮਨ ਅਰੋੜਾ ਇੱਕ ਵਿਸ਼ੇਸ਼ ਫਿਰਕੇ ਨਾਲ ਸੰਬੰਧ ਹੈ। ਚਾਹੇ ਮੈਂ ਨਹੀਂ ਕਹਿੰਦਾ, ਪਰ ਮੈਂ ਕੋਈ ਫਿਰਕਿਆਂ 'ਚ ਵਿਸ਼ਵਾਸ ਨਹੀਂ ਕਰਦਾ, ਪਰ ਪੰਜਾਬ ਦੀ ਇੱਕ ਸਿਚੁਏਸ਼ਨ ਇਸ ਤਰ੍ਹਾਂ ਦੀ ਹੈ ਕਿ ਇੱਥੇ ਜਿਵੇਂ ਕਿਵੇਂ ਪੰਜਾਬ ਦਾ ਮੁੱਖ ਮੰਤਰੀ ਬਣਨ ਵੇਲੇ ਘੱਟੋ ਘੱਟ ਇਹ ਦੇਖਿਆ ਜਾਏਗਾ ਕਿ ਜਿਹੜਾ ਚਿਹਰਾ ਹੈ ਲੀਡ ਕਰੇ, ਘੱਟੋ ਘੱਟ ਉਹਦੀ ਦਿੱਖ ਸਿੱਖ ਧਰਮ ਦੇ ਨੇੜੇ ਤੇੜੇ ਹੋਵੇ, ਪਗੜੀ ਬੰਨ੍ਹਦਾ ਹੋਵੇ, ਸਰਦਾਰ ਹੋਵੇ। ਸੋ ਇਸ ਕਰਕੇ ਹੁਣ ਜਿਹੜੀ ਅੱਜ ਜੇ ਆਮ ਆਦਮੀ ਦੀ ਪੋਜੀਸ਼ਨ ਦੇਖੀਏ ਜਿਹੜੀ ਤੁਸੀਂ ਕਹੀ ਹੈ ਪਿਛਲੇ ਦੇ ਸੰਦਰਭ 'ਚ, ਮੈਨੂੰ ਅੱਜ ਨਹੀਂ ਲੱਗਦਾ ਕਿ ਇਹਨਾਂ ਕੋਲ 117 ਅਸਰਦਾਰ ਵਿਅਕਤੀ ਨੇ ਜਿਨ੍ਹਾਂ ਨੂੰ ਇਹ ਇੱਕਦਮ ਪ੍ਰੋਜੈਕਟ ਕਰ ਦੇਣ ਕਿ ਸਾਡੇ ਆਹ ਐਮਐਲਏ ਹੋਣਗੇ। ਸੋ ਉਸ ਦੇ ਵਿੱਚੋਂ ਮੈਂ ਦੇਖ ਰਿਹਾ ਕਿ ਇਹ ਸਾਰੇ ਤਾਕ 'ਚ ਬੈਠੇ ਨੇ ਕਿ ਕਿਹੜੀ ਪਾਰਟੀ 'ਚੋਂ ਕਿਹੜਾ ਬੰਦਾ ਜਿੱਤਣ ਵਾਲਾ ਸਾਡੇ ਵੱਲ ਆਊਗਾ, ਉਹਨੂੰ ਇਲੈਕਸ਼ਨ ਲੜਾਵਾਂਗੇ, ਇਹਨੂੰ ਲੜਾਵਾਂਗੇ, ਡਿਸਾਈਡ ਨਹੀਂ ਕਰ ਪਾਉਣਗੇ। ਤੇ ਜਦੋਂ ਉਹ ਮੌਕੇ ਤੇ ਚੇਂਜਸ ਕਰਨਗੇ, ਤੁਹਾਡੇ ਸਾਹਮਣੇ ਕੱਲ ਪਰਸੋਂ ਇੱਕ ਇਹਨਾਂ ਦਾ ਆਇਆ ਹੈ, ਅਨਾਉਂਸਮੈਂਟ ਹੋਈ ਹੈ ਪੰਜਾਬ ਦੇ ਵਿੱਚੋਂ ਇੱਕ ਵਿਅਕਤੀ ਕਿਸੇ ਸੀਟ ਤੇ ਨਾ ਪੱਕਾ ਨੂੰ ਲੈਣਾ, ਕਿਵੇਂ ਉਹ ਰੋਂਦੇ ਨੇ, ਉਹਦੀ ਵਾਇਰਲ ਹੋਈਆਂ ਨੇ ਵੀਡੀਓਜ਼। ਸੋ ਜਦੋਂ ਇਹ ਜਿਨ੍ਹਾਂ ਨੂੰ ਇਹਨਾਂ ਨੇ ਆਸਾਂ ਬਣਾਈਆਂ ਹੋਈਆਂ ਨੇ ਕਿ ਅਸੀਂ ਤੁਹਾਨੂੰ ਐਮਐਲਏ ਦੇ ਕੈਂਡੀਡੇਟ ਸਾਡੇ ਤੁਸੀਂ ਹੋ, ਪਰ ਜਦੋਂ ਬਦਲ ਕੇ ਹੋਰ ਪਾਰਟੀਆਂ ਦੇ ਬੰਦੇ ਐਂਟਰ ਹੋਏ, ਉਹ 'ਚ ਸੱਚ ਹੋਵੇ ਝੂਠ ਹੋਵੇ, ਨਾਲ ਦੀ ਨਾਲ ਦੋਸ਼ ਲੱਗਣਗੇ ਵੀ ਟਿਕਟਾਂ ਪੈਸੇ 'ਚ ਵੰਡੀਆਂ ਗਈਆਂ ਨੇ, ਨਾਲ ਦੀ ਨਾਲ ਦੋਸ਼ ਲੱਗਣਗੇ ਜੀ ਫਿਰ ਅਸੀਂ ਇੰਨਾ ਕੰਮ ਸਾਤੋਂ ਕਿਉਂ ਲੈ ਰਹੇ ਸੀ, ਸਾਨੂੰ ਕਿਉਂ ਆਸਾਂ ਬੰਨੀਆਂ ਜਾ ਰਹੀਆਂ ਸੀ। ਸੋ ਇਸ ਕਰਕੇ ਇਹੋ ਜਿਹੇ ਚਾਂਸ ਲੱਗਦੇ ਨੇ ਵੀ ਕੁਝ ਲੋਕ ਜਿਹੜੇ ਕਾਂਗਰਸ ਪਾਰਟੀ 'ਚੋਂ ਜਿਹੜੇ, ਕਿਉਂਕਿ ਹੁਣ ਅਕਾਲੀ ਦਲ ਨੇ 20 ਸੀਟਾਂ ਛੱਡਤੀਆਂ ਉਹਨਾਂ ਨੂੰ, ਇਹ ਜਦੋਂ ਸਾਰੀਆਂ ਸੀਟਾਂ ਛੱਡੀਆਂ ਜਾਂਦੀਆਂ ਨੇ ਤਾਂ ਇਹਨਾਂ ਦੇ ਵਿੱਚੋਂ ਜ਼ਿਆਦਾ ਕੁਝ ਲੋਕ ਆਜ਼ਾਦ ਖੜੇ ਹੋਣਗੇ, ਉਹ ਦੂਸਰਿਆਂ ਦਾ ਕੈਰੀਅਰ ਸਪੋਇਲ ਕਰਨਗੇ, ਜਿੱਤਣ ਨਹੀਂ ਦੇਣਗੇ, ਜਾਂ ਫਿਰ ਕੁਝ ਐਦਾਂ ਦੀ ਹਫੜਾ ਦਫੜੀ ਹੋਏਗੀ। ਇਸੇ ਕਰਕੇ ਮੈਂ ਬਾਰ-ਬਾਰ ਇਹ ਕਹਿ ਰਿਹਾ ਕਿ ਹਾਲੇ ਜਿਹੜੀ ਪੋਜੀਸ਼ਨ ਬਹੁਤ ਕਲੀਅਰ ਨਹੀਂ ਹੈ। ਤੇ ਦੂਸਰਾ, ਆਮ ਆਦਮੀ ਪਾਰਟੀ ਦਾ ਕਿਸਾਨੀ ਅੰਦੋਲਨ ਤੇ ਭਾਵੇਂ ਕਹਿਣ ਨੂੰ ਹੈ, ਪਰ ਉਹਨਾਂ ਦਾ ਬਹੁਤ ਜ਼ਿਆਦਾ ਸਟੈਂਡ ਕਲੀਅਰ ਨਹੀਂ ਹੈਗਾ।
ਜਿਹਦੇ ਵਿੱਚ ਆਪਾਂ ਕਹੀਏ ਕਿ ਕਿਸਾਨੀ ਅੰਦੋਲਨ ਉਹਨਾਂ ਨੂੰ ਟੋਟਲ ਸਪੋਰਟ ਕਰ ਸਕਦਾ ਹੈ। ਇਸ ਕਰਕੇ ਮੈਂ ਬਾਰ-ਬਾਰ ਇੱਕ ਮੈਨੂੰ ਖਦਸ਼ਾ ਹੈ, ਉਹਦਾ ਕੀ ਹੋਏਗਾ ਮੈਨੂੰ ਨਹੀਂ ਪਤਾ। ਕੋਈ ਵੀ ਪਾਰਟੀ ਇਸ ਸਿਚੁਏਸ਼ਨ 'ਚ ਕੁਛ ਇੱਕ ਚਾਹੇ ਕਿਸਾਨੀ ਅੰਦੋਲਨ ਆਪਦੇ ਆਪ 'ਚ ਕਹਿ ਦੇਵੇ ਕਿ ਸਾਡਾ ਸਿਆਸੀ ਕੋਈ ਸੰਬੰਧ ਨਹੀਂ, ਹੋ ਸਕਦਾ ਹੈ ਕੋਈ 5-7 ਕਿਸਾਨੀ ਚਿਹਰੇ ਚੱਕ ਕੇ ਉਹਨਾਂ ਨੂੰ ਟਿਕਟਾਂ ਦੇ ਕੇ ਮੂਹਰੇ ਲਾ ਲਵੇ ਤਾਂ ਕਿ ਆਪਣੀ ਦਿੱਖੇ ਬਣਾਵੇ, ਦੇਖੋ ਜੀ ਵੀ ਇਹ ਬੰਦਿਆਂ ਨੇ ਅੰਦੋਲਨ 'ਚ ਵੀ ਬਹੁਤ ਭਾਗ ਲਿਆ ਤੇ ਇਸ ਕਰਕੇ ਇਹ ਸਾਡੀ ਪਾਰਟੀ 'ਚ ਆ ਜਾਣਗੇ। ਜਿਹੜੀਆਂ ਹੈਗੀਆਂ ਟ੍ਰੈਡੀਸ਼ਨਲ ਪਾਰਟੀਆਂ ਉਹਨਾਂ ਲਈ ਇਹ ਕੰਮ ਕਰਨਾ ਔਖਾ ਹੈ, ਜੇ ਆਪਾਂ ਕਹੀਏ ਕਾਂਗਰਸ ਜਾਂ ਅਕਾਲੀ ਦਲ, ਇਹ ਦੋਨਾਂ ਲਈ ਜਾਂ ਬੀਜੇਪੀ, ਉਹਨਾਂ ਲਈ ਇਹ ਬਹੁਤ ਔਖਾ ਕੰਮ ਹੈ ਕਿ ਜੇ ਉਹਨਾਂ ਨੂੰ ਅੱਗੇ ਲਿਆਉਣਗੇ ਤਾਂ ਉਹਨਾਂ ਦੇ ਆਪਦੇ ਬਾਗੀ ਹੋ ਜਾਣਗੇ। ਸੋ ਇਸ ਕਰਕੇ ਇਹ ਸਥਿਤੀ ਹਜੇ ਬਹੁਤ ਗੰਧਲੀ ਹੈ, ਮੈਂ ਕਹੂੰਗਾ ਹਲੇ ਸਾਫ਼ ਹੋਣ ਵਾਲੀ ਨਹੀਂ ਜੀ। ਸੋ ਸ਼ੁਕਰੀਆ ਪ੍ਰੋਫੈਸਰ ਸਾਹਿਬ। ਇੱਕ ਗੱਲ ਦੂਜੀ ਮੈਂ ਜਿਹੜੀ ਉਹ ਕਹਿਣੀ ਚਾਹੂੰਗਾ ਕਿ ਬੀਜੇਪੀ ਦੇ ਵਿੱਚ ਵੀ ਜਿਹੜਾ ਘਮਸਾਨ ਮੱਚਿਆ ਹੋਇਆ ਹੈ, ਉਹ 'ਚ ਵੀ ਮੈਨੂੰ ਇਹ ਲੱਗ ਰਿਹਾ ਕਿ ਬੀਜੇਪੀ ਦੇ ਜਿਹੜੇ ਲੋਕਲ ਲੀਡਰ ਨੇ ਉਹਨਾਂ ਨੂੰ ਕਲੀਅਰ ਹੋ ਗਿਆ ਕਿ ਹੁਣ ਕਿਸਾਨਾਂ ਨਾਲ ਇਹ ਕਿਸੇ ਅੰਦੋਲਨ ਤੇ ਗੱਲ ਮੁਕਾ ਨਹੀਂ ਰਹੇ, ਸੰਕੇਤ ਇੱਦਾਂ ਦੇ ਮਿਲ ਰਹੇ ਨੇ, ਜਿਹਦੇ ਕਰਕੇ ਮੈਨੂੰ ਇਹ ਲੱਗ ਰਿਹਾ ਕਿ ਜਿਸ ਕਿਸਮ ਨਾਲ 2-3 ਲੀਡਰਾਂ ਨੇ ਬੜਾ ਓਪਨਲੀ ਕਿਸਾਨਾਂ ਦੇ ਹੱਕ 'ਚ ਬੋਲਿਆ, ਤੇ ਮੈਨੂੰ ਇਹ ਲੱਗ ਰਿਹਾ ਕਿ ਸ਼ਾਇਦ ਉਹ ਆਉਣ ਵਾਲੇ ਸਮੇਂ 'ਚ ਆਜ਼ਾਦ ਤੌਰ ਤੇ ਜਾਂ ਕਿਸੇ ਹੋਰ ਛੋਟੀ ਮੋਟੀ ਨਿੱਕੀ ਪਾਰਟੀ ਬਣਾ ਕੇ ਕਿਸੇ ਸਮਝੌਤੇ 'ਚ ਉਹ ਸ਼ਾਇਦ ਆਪਣੀ ਇੰਡੀਵਿਜੂਅਲ ਜਿਹੜੀ ਐਮਐਲਏਸ਼ਿਪ ਹੈ ਉਹਨੂੰ ਬਰਕਰਾਰ ਰੱਖਣ ਲਈ ਇਦਾਂ ਦੇ ਯਤਨ ਕਰ ਰਹੇ ਨੇ, ਤੇ ਇਹਦਾ ਬੀਜੇਪੀ ਨੂੰ ਹੋਰ ਜ਼ਿਆਦਾ ਨੁਕਸਾਨ ਹੋਊਗਾ ਜੀ। ਸੋ ਸ਼ੁਕਰੀਆ ਪ੍ਰੋਫੈਸਰ ਸਾਹਿਬ, ਤੁਸੀਂ ਆਪਣਾ ਇੱਕ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਨਾਲ ਬੜੀ ਖੁੱਲ੍ਹੇ ਵਿਚਾਰ ਚਰਚਾ ਕੀਤੀ, ਤੁਹਾਡਾ ਜੀ ਧੰਨਵਾਦ ਜੀ। ਦਰਸ਼ਕੋ, ਇਹ ਸਨ ਸਾਡੇ ਨਾਲ ਪ੍ਰੋਫੈਸਰ ਰਾਣਾ ਸਿੰਘ ਧਾਲੀਵਾਲ, ਜਿਨ੍ਹਾਂ ਨੇ ਪੰਜਾਬ ਦੀ ਸਿਆਸਤ ਦੇ ਕਾਂਗਰਸ ਪਾਰਟੀ, ਅਕਾਲੀ ਦਲ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਖੁੱਲ੍ਹ ਕੇ ਵਿਚਾਰ ਕੀਤਾ ਕਿ ਕਿਵੇਂ ਇਹ ਪਾਰਟੀਆਂ ਅੱਗੇ ਵੱਧ ਸਕਦੀਆਂ ਨੇ, ਜੋ ਗੱਠਜੋੜ ਵੀ ਹੋਏ ਨੇ, ਗੱਠਜੋੜ ਦੇ ਕੀ ਮਾਇਨੇ ਨੇ, ਕਿੰਨਾ ਕਿਸੇ ਨੂੰ ਫਾਇਦਾ ਹੋ ਸਕਦਾ, ਲਾਭ ਹੋ ਸਕਦਾ। 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਨੇ, ਹਰ ਇੱਕ ਪਾਰਟੀਆਂ ਆਪਣਾ ਜ਼ੋਰ ਲਾ ਰਹੀਆਂ ਨੇ ਕਿ ਅਸੀਂ ਸੱਤਾ ਮਾਣ ਸਕੀਏ। ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟਾਂ ਦੇ ਰੂਪ ਵਿੱਚ ਦੇ ਸਕਦੇ ਹੋ। ਤੁਸੀਂ ਬਣੇ ਰਹੋ ਖਬਰਾਂ ਟੀਵੀ ਤੇ। ਕੈਮਰਾਮੈਨ ਤੇਜਿੰਦਰ ਦੇ ਨਾਲ ਮੈਂ ਗੁਰਜਿੰਦਰ ਸਿੰਘ ਪਟਿਆਲਾ।